देख सब तो पहला आप देखांगे हरपीस सिंपलेक्स कैरेटाइटिस। हरपीस सिंपलेक्स कैरेटाइटिस कहते ਜਿਹੜੀਆਂ ਓਕੂਲਰ ਇਨਫੈਕਸ਼ਨਸ ਹੈ ਵਿਦ ਹਰਪੀਸ ਸਿੰਪਲੈਕਸ ਵਾਇਰਸ ਆਰ ਐਕਸਟ੍ਰੀਮਲੀ ਕਾਮਨ। ਤੇ ਇਹਦੇ ਵਿੱਚ ਹੋ ਗਈ ਕੈਰੇਟੋ ਕੰਜਕਟਿਵਾਈਟਿਸ ਤੇ ਆਇਰਾਈਟਿਸ। ਕੈਰੇਟੋ ਕੰਜਕਟਿਵਾਈਟਿਸ ਤੁਹਾਨੂੰ ਪਤਾ ਹੀ ਕੀ ਹੁੰਦਾ, ਮਤਲਬ ਕਿ ਕੋਰਨੀਆ ਦੀ ਇਨਫਲੇਮੇਸ਼ਨ ਤੇ ਕੰਜਕਟਿਵਾ ਦੀ ਇਨਫਲੇਮੇਸ਼ਨ, ਠੀਕ ਹੈ। ਤੇ ਆਇਰਾਈਟਿਸ ਬੇਸਿਕਲੀ ਆਇਰਿਸ ਦੀ ਇਨਫਲੇਮੇਸ਼ਨ। ਇਹ ਇੰਨਾ ਕਹਿਣਾ ਚਾਹੁੰਦੇ ਆ। ਦੇਖ ਹੁਣ ਸਭ ਤੋਂ ਪਹਿਲਾਂ ਈਟੀਓਲੋਜੀ 'ਚ ਦੇਖ, ਪਹਿਲਾਂ ਤਾਂ ਇਹਨਾਂ ਨੇ ਜਿਵੇਂ ਕਿ ਇਹ ਪਹਿਲਾਂ DNA ਵਾਇਰਸ ਹੈ, ਐਪੀਥੀਲੀਓਟ੍ਰੋਪਿਕ ਹੈ ਵਗੈਰਾ ਵਗੈਰਾ, ਠੀਕ ਹੈ। ਅਤੇ ਇਹਨਾਂ ਨੇ ਪਹਿਲਾਂ ਕਿਹਾ ਕਿ ਪਹਿਲਾਂ ਤਾਂ 2 ਤਰ੍ਹਾਂ ਦਾ HSV ਹੁੰਦਾ, HSV1 HSV2। ਇਹ ਤੁਹਾਨੂੰ ਪਹਿਲਾਂ ਹੀ ਪਤਾ ਵੀ ਕਿ ਮਤਲਬ ਅਬਵ ਵੇਸਟ ਐਂਡ ਬਿਲੋ ਵੇਸਟ ਹੋ ਗਿਆ, ਠੀਕ ਹੈ। ਮੋਡਸ ਆਫ ਇਨਫੈਕਸ਼ਨ ਵੀ ਤੈਨੂੰ ਪਤਾ, ਜਿਵੇਂ HSV1 ਦਾ ਜਿਹੜਾ ਹੁੰਦਾ ਉਹ ਕਿਸਿੰਗ ਵਗੈਰਾ ਨਾਲ ਹੁੰਦਾ ਜਾਂ ਕਲੋਜ਼ ਕੰਟੈਕਟ ਨਾਲ ਹੁੰਦਾ। HSV2 ਦਾ ਆਈਜ਼ ਆਫ ਨਿਓਨੇਟਸ ਦੇ ਨਾਲ ਹੁੰਦਾ ਜਾਂ ਫਿਰ ਇਨਫੈਕਟਡ ਜੈਨੀਟੇਲੀਆ ਦੇ ਨਾਲ ਹੁੰਦਾ। ਹੁਣ ਓਕੂਲਰ ਲੀਜਨਸ ਜ਼ਿਆਦਾ ਮੇਨ ਤਾਂ ਆਪਣੇ ਕੋਲ ਇਹ ਹੈ। ਓਕੂਲਰ ਲੀਜਨਸ ਵਿੱਚ ਵੀ ਆਪਣੇ ਕੋਲ ਪਹਿਲਾਂ ਹੁੰਦੀ ਹੈਗੀ ਹੈ ਪ੍ਰਾਇਮਰੀ, ਠੀਕ ਹੈ, ਰੀਕਰੈਂਟ, ਠੀਕ ਹੈ। ਪ੍ਰਾਇਮਰੀ ਦੇ ਵਿੱਚ ਦੇਖ ਸਭ ਤੋਂ ਪਹਿਲਾਂ ਸਕਿਨ ਲੀਜਨਸ ਆਉਂਦੀ ਹੈ, ਲਿਡਸ 'ਤੇ ਆਪਣੇ ਕੋਲ ਲੀਜਨਸ ਆ ਜਾਣਗੀਆਂ। ਕੰਜਕਟਿਵਾਈਟਿਸ ਦੇ ਵਿੱਚ ਐਕਿਊਟ ਫੋਲੀਕੂਲਰ ਕੰਜਕਟਿਵਾਈਟਿਸ, ਮੈਂ ਤੈਨੂੰ ਪਹਿਲਾਂ ਹੀ ਦੱਸਿਆ ਸੀਗਾ, ਉਹ ਐਡੀਨੋਇਡ ਲੇਅਰ ਵਾਲਾ ਪਾਰਟ ਆ ਜਾਊਗਾ। ਕੋਰਨੀਆ ਦੇ ਵਿੱਚ ਫਾਈਨ ਐਪੀਥੀਲੀਅਲ ਪੰਕਟੇਟ ਕੈਰੇਟਾਈਟਿਸ, ਕੋਰਸ ਐਪੀਥੀਲੀਅਲ ਪੰਕਟੇਟ ਕੈਰੇਟਾਈਟਿਸ, ਮਤਲਬ ਐਪੀਥੀਲੀਅਮ ਦੇ ਵਿੱਚ ਪੰਕਟੇਟ ਅਲਸਰਸ ਬਣਨਗੇ ਇੱਦਾਂ ਦੇ, ਫਾਈਨ ਅਤੇ ਕੋਰਸ। ਅਤੇ ਡੈਂਡਰੀਟਿਕ ਅਲਸਰ ਤੈਨੂੰ ਪਤਾ ਹੀ ਹੈ ਇੱਦਾਂ ਦਾ ਦਿਖਦਾ, ਠੀਕ ਹੈ। ਰੀਕਰੈਂਟ ਹਰਪੀਸ ਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਕੋਲ ਆਊਗਾ ਐਕਟਿਵ ਐਪੀਥੀਲੀਅਲ ਕੈਰੇਟਾਈਟਿਸ, ਜਿਸ 'ਚ ਪੰਕਟੇਟ ਆਉਂਦਾ, ਡੈਂਡਰੀਟਿਕ ਅਤੇ ਜੋਗ੍ਰਾਫਿਕਲ ਆਉਂਦਾ। ਸਟ੍ਰੋਮਲ ਮਤਲਬ ਸਟ੍ਰੋਮਾ ਵਾਲੀ ਲੇਅਰ ਦੇ ਵਿੱਚ ਆਊਗਾ। ਸਟ੍ਰੋਮਾ ਵਾਲੀ ਲੇਅਰ ਦੇ ਵਿੱਚ ਆਊਗਾ ਜਿਵੇਂ ਡਿਸਕੀਫੋਰਮ ਅਤੇ ਡਿਫਿਊਜ਼ ਸਟ੍ਰੋਮਲ ਨੈਕਰੋਟਿਕ ਕੈਰੇਟਾਈਟਿਸ, ਠੀਕ ਹੈ। ਇਸ ਤੋਂ ਬਾਅਦ ਟ੍ਰੋਫਿਕ ਕੈਰੇਟਾਈਟਿਸ ਅਤੇ ਹਰਪੇਟਿਕ ਆਇਰੀਡੋਸਾਈਕਲਾਈਟਿਸ। ਹੁਣ ਸਭ ਤੋਂ ਪਹਿਲਾਂ ਦੇਖ ਪ੍ਰਾਇਮਰੀ ਓਕੂਲਰ ਹਰਪੀਸ, ਜਿਹੜਾ ਆਪਣਾ ਫਸਟ ਅਟੈਕ ਹੁੰਦਾ ਉਹ ਇੱਕ ਨੋਨ ਇਮਿਊਨ ਪਰਸਨ ਦੇ ਵਿੱਚ ਹੁੰਦਾ, ਉਹਦੇ ਵਿੱਚ ਕੋਈ ਇਮਿਊਨਿਟੀ ਨਹੀਂ ਹੁੰਦੀ, ਜਿਵੇਂ ਕਿ ਚਿਲਡਰਨ ਦੇ ਵਿੱਚ ਹੋ ਗਿਆ ਟਿਲ 5 years ਆਫ ਏਜ ਐਂਡ ਇਨ ਟੀਨਏਜਰਸ, ਠੀਕ ਹੈ। ਇਨੀਸ਼ੀਅਲ ਇਨਫੈਕਸ਼ਨ ਡਾਇਰੈਕਟ ਕੰਟੈਕਟ ਦੇ ਨਾਲ ਹੁੰਦਾ। ਹੁਣ ਇਹਦੇ ਕਲੀਨਿਕਲ ਫੀਚਰਸ ਕੀ ਹੁੰਦੇ, ਜਿਵੇਂ ਸਭ ਤੋਂ ਪਹਿਲਾਂ ਤਾਂ ਉਹੀ ਹੋਣਗੇ ਸਿਸਟੈਮਿਕ ਫੀਚਰਸ, ਯਾਨੀ ਕਿ ਪ੍ਰੋਡੋਰਮਲ। ਜਿਹੜੇ ਪ੍ਰੋਡੋਰਮਲ ਫੀਚਰਸ ਹੋਣਗੇ ਇਹਦੇ ਵਿੱਚ ਉਹੀ ਹੋਣਗੇ ਫੀਵਰ, ਮਲੇਜ਼, ਨੋਨ ਸਪਰੇਟਿਵ ਲਿੰਫੇਡੀਨੋਪੈਥੀ। ਕਦੀ ਕਦੀ ਆਪਣੇ ਕੋਲ ਕੀ ਹੁੰਦਾ ਮਲਟੀ ਸਿਸਟਮ ਫੇਲੀਅਰ ਦੀ ਵਜ੍ਹਾ ਤੋਂ ਸਿਵੀਅਰ ਮੋਰਬਿਡਿਟੀ ਹੋ ਜਾਂਦੀ ਹੈ, ਠੀਕ ਹੈ। ਅਤੇ ਕਦੀ ਕਦੀ ਆਪਣੇ ਕੋਲ ਜਿਹੜੀ ਹੈਗੀ ਆ ਮਲਟੀ ਸਿਸਟਮ ਫੇਲੀਅਰ ਦੀ ਵਜ੍ਹਾ ਤੋਂ ਮੋਰਬਿਡਿਟੀ ਹੋ ਜਾਂਦੀ ਹੈ। ਕਦੀ ਕਦੀ ਆਪਣੇ ਕੋਲ ਐਨਸੈਫਲਾਈਟਿਸ, ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀਗਾ, ਜੇ ਫੈਲ ਗਿਆ ਤਾਂ ਬਹੁਤ ਜ਼ਿਆਦਾ ਸੀਵੀਅਰ ਹੋ ਜਾਊਗਾ, ਠੀਕ ਹੈ। ਅਤੇ ਸਕਿਨ ਲੀਜਨਸ ਦੇ ਵਿੱਚ ਜਿਵੇਂ ਕਿ ਆਪਣੇ ਕੋਲ ਜਿਵੇਂ ਕਿ ਵੈਸੀਕੂਲਰ ਲੀਜਨਸ ਹੋ ਜਾਣਗੀਆਂ, ਜਿਵੇਂ ਕਿ ਵੈਸੀਕਲਸ ਬਣ ਜਾਂਦੇ ਆ ਫੇਸ 'ਤੇ, ਲਿਪਸ 'ਤੇ, ਲਿਡਸ 'ਤੇ, ਪੈਰੀਓਰਬਿਟਲ ਲੀਜਨ 'ਤੇ ਲਿਡ ਮਾਰਜਨ। ਬਲੈਫਰਾਈਟਿਸ ਦਾ ਕੀ ਮਤਲਬ ਹੁੰਦਾ ਇਨਫਲੇਮੇਸ਼ਨ ਆਫ ਲਿਡ, ਠੀਕ ਹੈ। ਲਿਡਸ ਆਈਲਿਡਸ ਦੀ ਜਦੋਂ ਇਨਫਲੇਮੇਸ਼ਨ ਹੋ ਜਾਂਦੀ ਹੈ ਉਹਨੂੰ ਕਹਿੰਦੇ ਬਲੈਫਰਾਈਟਿਸ। ਅਤੇ ਵੈਸੀਕੂਲਰ ਮਤਲਬ ਕਿ ਉਹਦੇ 'ਤੇ ਵੈਸੀਕਲਸ ਆ ਜਾਂਦੇ ਆ। ਓਕੂਲਰ ਲੀਜਨਸ ਆਪਣੇ ਕੋਲ ਹੁੰਦੇ ਹੈਗੇ ਯੂਨੀਲੇਟਰਲ ਬਲੈਫੇਰੋ ਕੰਜਕਟਿਵਾਈਟਿਸ, ਮਤਲਬ ਕਿ ਆਈਲਿਡ ਦੀ ਇਨਫਲੇਮੇਸ਼ਨ, ਆਈਲਿਡ ਦੀ ਇਨਫਲੇਮੇਸ਼ਨ ਅਤੇ ਕਿਹਦੀ ਇਨਫਲੇਮੇਸ਼ਨ, ਕੰਜਕਟਿਵਾ ਦੀ ਇਨਫਲੇਮੇਸ਼ਨ। ਆਈਲਿਡ ਅਤੇ ਕੰਜਕਟਿਵਾ ਦੀ ਇਨਫਲੇਮੇਸ਼ਨ ਹੋ ਜਾਏਗੀ ਇਹਦੇ ਵਿੱਚ। ਇਸ ਤੋਂ ਬਾਅਦ ਦੇਖ ਐਕਿਊਟ ਫੋਲੀਕੂਲਰ ਕੰਜਕਟਿਵਾਈਟਿਸ ਤੈਨੂੰ ਪਹਿਲਾਂ ਹੀ ਦੱਸਿਆ ਸੀਗਾ ਕਿ ਵਾਇਰਲ 'ਚ ਹੁੰਦਾ ਵਿਦ ਰੀਜਨਲ ਲਿੰਫੇਡੀਨਾਈਟਿਸ, ਠੀਕ ਹੈ। ਕੈਰੇਟਾਈਟਿਸ ਤਾਂ ਉਹੀ ਹੈ ਕਿ ਕੋਰਨੀਆ ਦੀ ਇਨਫਲੇਮੇਸ਼ਨ 50% ਕੇਸਿਸ ਦੇ ਵਿੱਚ ਹੁੰਦੀ ਹੈ, ਠੀਕ ਹੈ। ਕੋਰਨੀਆ ਦੀ ਇਨਫਲੇਮੇਸ਼ਨ 50% ਕੇਸਿਸ ਦੇ ਵਿੱਚ ਹੁੰਦੀ ਹੈ। ਅਤੇ ਇਹਦੇ ਵਿੱਚ ਆਪਣੇ ਕੋਲ ਹੁੰਦਾ ਕੋਰਸ ਪੰਕਟੇਟ ਜਾਂ ਫਿਰ ਡਿਫਿਊਜ਼ ਬ੍ਰਾਂਚਿੰਗ ਐਪੀਥੀਲੀਅਲ ਕੈਰੇਟਾਈਟਿਸ। ਡਿਫਿਊਜ਼ ਅਤੇ ਬ੍ਰਾਂਚਿੰਗ ਦੈਟ ਡਜ਼ ਨੋਟ ਯੂਜਲੀ ਇਨਵੋਲਵ ਦੀ ਸਟ੍ਰੋਮਾ, ਮਤਲਬ ਸਿਰਫ ਐਪੀਥੀਲੀਅਮ ਦੇ ਵਿੱਚ ਹੀ ਰਹੂਗਾ, ਸਟ੍ਰੋਮਾ ਦੇ ਵਿੱਚ ਇਹਨੇ ਨਹੀਂ ਜਾਣਾ, ਠੀਕ ਹੈ ਨਾ। ਅਤੇ ਟਰੀਟਮੈਂਟ ਦੇਖ ਪ੍ਰਾਇਮਰੀ ਇਨਫੈਕਸ਼ਨ ਤਾਂ ਕਹਿੰਦੇ ਆਪੇ ਠੀਕ ਹੋ ਜਾਂਦਾ, ਬਟ ਇਹ ਟ੍ਰਾਈਜੈਮੀਨਲ ਗੈਂਗਲੀਓਨ ਦੇ ਵਿੱਚ ਚਲਾ ਜਾਂਦਾ ਕਿਉਂਕਿ ਇਹ HSV1 ਹੈ, ਠੀਕ ਹੈ। ਟ੍ਰਾਈਜੈਮੀਨਲ ਗੈਂਗਲੀਓਨ ਦੇ ਵਿੱਚ ਚਲਾ ਜਾਂਦਾ ਹੈ। ਐਂਡ ਟਰੀਟਮੈਂਟ ਇਜ਼ ਰਿਕਮੈਂਡਡ ਟੂ ਲਿਮਿਟ ਕੋਰਨੀਅਲ ਇਨਵੋਲਵਮੈਂਟ, ਜਿਵੇਂ ਕਿ ਟਲਾਈਫਲੋਰੂਡੀਨ, ਵਿਡਾਰਾਬਿਨ, ਓਰਲ ਏਸਾਈਕਲੋਵਿਰ ਅਤੇ ਸਾਈਕਲੋਪਲੇਜਿਕ ਵੀ ਆਪਾਂ ਦਿੰਦੇ ਹਾਂ, ਠੀਕ ਹੈ। ਸਾਈਕਲੋਪਲੇਜਿਕ ਆਪਾਂ ਸਪੈਜ਼ਮ ਨੂੰ ਠੀਕ ਕਰਨ ਵਾਸਤੇ ਦਿੰਦੇ ਹਾਂ, ਅਤੇ ਜਿਹੜਾ ਆਪਣੇ ਕੋਲ ਏਸਾਈਕਲੋਵਿਰ
ਵਗੈਰਾ ਉਹ ਐਂਟੀਵਾਇਰਲ ਹੈ। ਠੀਕ ਹੈ, ਇਹ ਹੋ ਗਿਆ ਪ੍ਰਾਇਮਰੀ। ਇਸ ਤੋਂ ਬਾਅਦ ਆ ਗਿਆ ਰੀਕਰੈਂਟ। ਰੀਕਰੈਂਟ ਦਾ ਮਤਲਬ ਇਹ ਹੈ ਕਿ ਜਿਹੜਾ ਆਪਾਂ ਕਿਹਾ ਸੀਗਾ ਕਿ ਟ੍ਰਾਈਜੈਮੀਨਲ 'ਚ ਡੋਰਮੈਂਟ ਹੈ, ਉਹ ਬਾਰ ਪਤਾ ਕੀ ਹੁੰਦਾ ਕਿ ਉਹ ਐਕਟੀਵੇਟ ਹੋ ਜਾਂਦਾ। ਐਕਟੀਵੇਟ ਬੇਸਿਕਲੀ ਕਿਵੇਂ ਵੀ ਹੋ ਸਕਦਾ, ਲਾਈਕ ਸਟ੍ਰੈਸ, ਫੀਵਰ, ਮਲੇਰੀਆ, ਫਲੂ, ਐਕਸਪੋਜਰ ਟੂ UV ਰੇਜ਼, ਜਨਰਲ ਇਲ ਹੈਲਥ, ਕਿਵੇਂ ਵੀ ਐਕਟੀਵੇਟ ਹੋ ਸਕਦਾ। ਠੀਕ ਹੈ ਨਾ, ਅਤੇ ਇਹਨੇ ਰੀਕਰੈਂਟ ਇਨਫੈਕਸ਼ਨ ਕਾਜ਼ ਕਰਨਾ ਅਤੇ ਯੂਨੀਲੇਟਰਲ ਡਿਜ਼ੀਜ਼ ਹੁੰਦੀ ਹੈ। ਠੀਕ ਹੈ, ਇਹਦੇ ਵਿੱਚ ਆਪਣੇ ਕੋਲ ਕੀ ਆਉਂਦਾ, ਸਭ ਤੋਂ ਪਹਿਲਾਂ ਤਾਂ ਇੱਕ ਐਪੀਥੀਲੀਅਲ ਕੈਰੇਟਾਈਟਿਸ। ਐਪੀਥੀਲੀਅਲ ਕੈਰੇਟਾਈਟਿਸ ਦਾ ਤੈਨੂੰ ਪਹਿਲਾਂ ਮਤਲਬ ਪਤਾ ਹੋਣਾ ਚਾਹੀਦਾ ਕਿ ਕੋਰਨੀਆ ਦੀ ਐਪੀਥੀਲੀਅਮ ਦੇ ਵਿੱਚ ਅਲਸਰੇਸ਼ਨ ਹੋਈ ਹੈ ਜਾਂ ਇਨਫਲਾਮੇਸ਼ਨ ਹੋਈ ਹੈ। ਇਹਦੇ 'ਚ ਆਪਣੇ ਕੋਲ ਰੈਡਨੈਸ ਹੋਏਗੀ, ਪੇਨ, ਫੋਟੋਫੋਬੀਆ, ਟੀਅਰਿੰਗ ਅਤੇ ਡਿਕਰੀਜ਼ਡ ਵਿਜ਼ਨ। ਠੀਕ ਹੈ, 3 ਡਿਸਟਿੰਕਟ ਪੈਟਰਨ ਹੈ, ਤੈਨੂੰ ਪਹਿਲਾਂ ਵੀ ਪਤਾ ਸੀਗਾ, ਪੰਕਟੇਟ, ਡੈਂਡ੍ਰਿਟਿਕ ਅਤੇ ਜੋਗ੍ਰਾਫਿਕਲ। ਪੰਕਟੇਟ ਤਾਂ ਇਹ ਹੈ ਕਿ ਆਪਾਂ ਨੂੰ ਰੀਕਰੈਂਟ ਹਰਪੀਸ ਵਾਲੇ ਉੱਦਾਂ ਦੇ ਦਿਖਦੇ ਜਿੱਦਾਂ ਦੇ ਪ੍ਰਾਇਮਰੀ ਹਰਪੀਸ ਹੁੰਦਾ ਹੈ, ਬਟ ਫਾਈਨ ਹੋ ਸਕਦੇ ਆ ਜਾਂ ਫਿਰ ਕੋਰਸ ਹੋ ਸਕਦਾ ਹੈ। ਅਤੇ ਜਿਹੜੇ ਕੋਰਨੀਅਲ ਵੈਸੀਕਲਸ ਹੈ ਉਹ ਇਕੱਠੇ ਜੁੜ ਕੇ ਬੇਸਿਕਲੀ ਕੀ ਕਰਦੇ ਆ, ਉਹ ਡੈਂਡ੍ਰਿਟਿਕ ਜਾਂ ਜੋਗ੍ਰਾਫਿਕਲ ਅਲਸਰ ਬਣ ਜਾਂਦਾ ਹੈ। ਡੈਂਡ੍ਰਿਟਿਕ ਆਪਣੇ ਕੋਲ ਹੁੰਦਾ ਟਿਪੀਕਲ ਅਤੇ ਮੋਸਟ ਕਾਮਨ ਲੀਜਨਸ, ਅਤੇ ਇਹ ਬੇਸਿਕਲੀ ਇਰੈਗੂਲਰ ਜ਼ਿਗਜ਼ੈਗ ਲੀਨੀਅਰ ਬ੍ਰਾਂਚਿੰਗ ਟਾਈਪਸ ਹੁੰਦਾ, ਜਿਵੇਂ ਕਿ ਇਰੈਗੂਲਰ ਜ਼ਿਗਜ਼ੈਗ ਲੀਨੀਅਰ ਬ੍ਰਾਂਚਿੰਗ ਟਾਈਪਸ, ਅਤੇ ਇਹਨਾਂ ਦੇ ਐਂਡ 'ਤੇ ਹੁੰਦੇ ਹੈਗੇ ਨੋਬਸ ਜਾਂ ਬਲਬਸ ਹੁੰਦਾ। ਜਿਹੜਾ ਫਲੋਰ ਹੈ ਆਫ ਅਲਸਰ ਸਟੇਨਸ ਵਿਦ ਫਲੋਰੈਸੈਂਟ ਐਂਡ ਵਾਇਰਸ ਲੇਡਨ ਸੈਲਸ ਐਟ ਦੀ ਮਾਰਜਨ ਟੇਕ ਅਪ ਰੋਜ਼ ਬੈਂਗਾਲ। ਮਤਲਬ ਕਿ ਜਿਹੜਾ ਫਲੋਰ ਹੈ ਉਹ ਫਲੋਰੈਸੈਂਟ ਸਟੇਨ ਲੈ ਲੈਂਦਾ, ਅਤੇ ਜਿਹੜਾ ਆਪਣੇ ਕੋਲ ਹੁੰਦਾ ਹੈਗਾ ਬੇਸਿਕਲੀ ਵਾਇਰਸ ਲੇਡਨ ਸੈਲਸ ਮਾਰਜਨ 'ਤੇ ਉਹ ਰੋਜ਼ ਬੈਂਗਾਲ ਲੈ ਲੈਂਦਾ। ਅਤੇ ਇਹਦੇ ਵਿੱਚ ਆਪਣੇ ਕੋਲ ਕੋਰਨੀਅਲ ਸੈਂਸੇਸ਼ਨਸ ਜਿਹੜੀ ਆਪਾਂ ਕੋਰਨੀਅਲ ਰਿਫਲੈਕਸ 'ਚ ਚੈੱਕ ਕਰਦੇ, ਉਹ ਵੀ ਕੋਰਨੀਅਲ ਸੈਂਸੇਸ਼ਨ ਆਪਣੀ ਜਿਹੜੀ ਹੈਗੀ ਹੈ ਉਹ ਚਲੀ ਜਾਂਦੀ ਹੈ। ਜਿਵੇਂ ਤੂੰ ਇਸ ਡਾਇਗਰਾਮ ਦੇ ਵਿੱਚ ਦੇਖਿਆ, ਤਾਂ ਇਹਦੇ ਵਿੱਚ ਆਪਣੇ ਕੋਲ ਸਭ ਤੋਂ ਪਹਿਲਾਂ ਹੈਗਾ ਪੰਕਟੇਟ ਕੈਰੇਟਾਈਟਿਸ। ਠੀਕ ਹੈ, ਪੰਕਟੇਟ, ਅਤੇ ਇਹ ਹੈਗਾ ਆਪਣੇ ਕੋਲ ਡੈਂਡ੍ਰਿਟਿਕ, ਜਿਹਦੇ ਪ੍ਰੋਪਰ ਨੋਬਸ ਹੈ, ਜਿਹਦੇ ਪ੍ਰੋਪਰ ਬਲਬਸ ਹੈ ਐਂਡ 'ਤੇ। ਠੀਕ ਹੈ, ਅਤੇ ਇਹ ਆਪਣੇ ਕੋਲ ਸਾਰੇ ਜੁੜ ਕੇ ਕੀ ਬਣ ਗਿਆ, ਜੋਗ੍ਰਾਫਿਕਲ। ਇਹ ਪੰਕਟੇਟ ਹੈ, ਇਹ ਡੈਂਡ੍ਰਿਟਿਕ ਹੈ, ਜੋਗ੍ਰਾਫਿਕਲ ਬਣ ਗਿਆ, ਐਂਡ ਐਂਡ 'ਤੇ ਜਿਹੜਾ ਡਿਸਕ ਵਰਗ ਹੈ, ਦਿਸ ਇਜ਼ ਡਿਸਕੀਫੋਰਮ। ਠੀਕ ਹੈ, ਇਹ ਡਿਸਕੀਫੋਰਮ ਬਣ ਚੁੱਕਾ। ਹੁਣ ਇਹਦੇ ਵਿੱਚ ਜੋਗ੍ਰਾਫਿਕਲ ਅਲਸਰ ਦੇਖ ਕਹਿੰਦੇ ਕਿ ਜਿਹੜੇ ਬ੍ਰਾਂਚਿਸ ਆਫ ਡੈਂਡ੍ਰਿਟਿਕ, ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ, ਜਿਹੜੇ ਬ੍ਰਾਂਚਿਸ ਆਫ ਡੈਂਡ੍ਰਿਟਿਕ ਅਲਸਰ ਹੈ ਇਹ ਸਾਰੇ ਜਿਹੜੇ ਜੁੜ ਕੇ ਆਪਣੇ ਕੋਲ ਇੱਕ ਲਾਰਜ ਐਪੀਥੀਲੀਅਲ ਅਲਸਰ ਬਣਾ ਦਿੰਦੇ, ਜਿਹਨੂੰ ਆਪਾਂ ਕਹਿੰਦੇ ਹਾਂ ਜੋਗ੍ਰਾਫਿਕ ਜਾਂ ਅਮੀਬੋਇਡ